ਵਾਹਿਗੁਰੂ 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 गुरु जी दी साजी नवाजी गुरु रूप गुरु प्यारी साध संगत जी। वाहिगुरु जी का खालसा वाहिगुरु जी की फतेह। गुरमुख प्यारिओ, जो आपां नूं सतगुरां ने गुरबाणी गुरु राही उपदेश बख्शिश कीता, अपने मन नूं समझाउंदे भी जे असी हुण इको परमात्मा दा नाम सिमरिए, जे असी उहनूं ते आईए, फिर असी आपदी इज्जत पत दे नाल अपने घर अपने देश वापस जावांगे। सो इस परधाए सतगुरु आपां नूं गुरबाणी गुरु राही फरमाउंदे ने, प्राणी एको नाम ते आवो, अपनी पत छेती घर जाओ। भी जे असी एको नाम परमात्मा नूं ते आईए, तो फिर असी आपदी इज्जत पत दे नाल घर वापस जा सकते। जे हुण जीवन नहीं सिमन करदा, नहीं एक नूं धिआउंदा, फिर वो इज्जत पत नाल नहीं जाता, फिर वो बेपत हो के बेइज्जत हो के जाता। क्योंकि संसार दे विच जो भी जीव आए है, सब ने इथों वापस तो जाना ही जाना। महाराज फरमाउंदे, जो आया सो चल सी, सब कोई आई वारी है। भी सब दी वारी आनी तो सब ने इथों जाना। हुण जान जान दे विच अंतर है, फर्क। जांदे गुरमुख भी ने ते जांदा मनमुख भी।
ਗੁਰਮੁਖ ਇੱਜ਼ਤ ਪਤ ਦੇ ਨਾਲ ਘਰ ਜਾਂਦੀ, ਤੇ ਜਿਹੜਾ ਮਨਮੁਖ ਹੈ ਉਹ ਬੇਇੱਜ਼ਤ ਹੋ ਕੇ ਬੇਪਤ ਹੋ ਕੇ ਜਾਂਦਾ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਪ੍ਰਾਣੀ ਜੇ ਤੂੰ ਪਰਮਾਤਮਾ ਦਾ ਸਿਮਰਨ ਕਰੇ ਫਿਰ ਤੂੰ ਆਪਦੀ ਇੱਜ਼ਤ ਪਤ ਦੇ ਨਾਲ ਘਰ ਜਾ ਸਕਦਾ, ਨਹੀਂ ਤਾਂ ਜੇ ਤੂੰ ਨਹੀਂ ਸਿਮਰਨ ਕਰੇਂਗਾ ਫਿਰ ਅਸੀਂ ਇੱਥੇ ਵੀ ਦੁਖੀ ਰਵਾਂਗੇ, ਸਾਡਾ ਮਨ ਅਸ਼ਾਂਤ ਰਹੇਗਾ। ਜਦੋਂ ਅਸੀਂ ਇੱਥੋਂ ਵਾਪਸ ਜਾਵਾਂਗੇ ਫਿਰ ਉੱਥੇ ਵੀ ਅੱਗੇ ਦੁੱਖ, ਫਿਰ ਵਾਪਸ ਕਾਰਾਂ ਦੇ ਵਿੱਚ ਫਿਰ ਜੂਨਾਂ 'ਚ ਮੁੜ ਜਾ। ਸੋ ਇਸ ਲਈ ਫਿਰ ਸਾਡੇ ਮਨ ਨੂੰ ਕਹਿੰਦੇ ਪ੍ਰਾਣੀ ਵੀ ਤੂੰ ਇੱਥੇ ਆਇਆ ਹੈ ਲਾਹਾ ਖੱਟਣ ਵਾਸਤੇ, ਲਾਹਾ ਲੈਣ ਵਾਸਤੇ। ਵੀ ਇੱਥੇ ਜਿਹੜੀ ਜੀਵਨ ਦੀ ਰਹਿਣ ਸਾਡੀ ਰਾਤ ਉਹ ਬੀਤਦੀ ਜਾ ਰਹੀ ਹੈ, ਸਾਡਾ ਸਮਾਂ ਲੰਘਦਾ ਜਾ ਰਿਹਾ। ਤੇ ਮਹਾਰਾਜ ਇਸ ਲਈ ਫਰਮਾਉਂਦੇ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲਗਾ ਕਿਤ ਕੋ ਫਕੜੇ ਸਭ ਮੁੱਕਦੀ ਚੱਲੀ ਰਹਿਣ। ਕਿ ਸਾਡੇ ਜੀਵਨ ਦੀ ਜਿਹੜੀ ਰਾਤ ਹੈ ਮੁੱਕਦੀ ਜਾ ਰਹੀ, ਸਮਾਂ ਸਾਡਾ ਬੀਤਦਾ ਜਾ ਰਿਹਾ। ਹੁਣ ਸਾਡੇ ਮਨ ਨੂੰ ਸਮਝਾਉਂਦੇ ਵੀ ਆਇਆ ਤੂੰ ਲਾਹਾ ਖੱਟਣ ਵਾਸਤੇ, ਲਾਭ ਲੈਣ ਵਾਸਤੇ। ਸਾਡਾ ਇਸ ਲੋਕ ਦੇ ਵਿੱਚ ਇਸ ਤਰ੍ਹਾਂ ਵਸੇਰਾ ਹੈ ਜਿਵੇਂ ਪੰਛੀ ਹੁੰਦੇ ਦਰਖਤ ਦੇ ਉੱਤੇ ਵਸੇਰਾ ਕਰਦੇ, ਰਾਤ ਬੀਤਦੀ ਤੇ ਫਿਰ ਉੱਡ ਜਾਂਦੇ ਸਫ਼ਰ 'ਤੇ। ਹੁਣ ਇਸੇ ਤਰ੍ਹਾਂ ਹੀ ਇਹ ਸੰਸਾਰ ਦੇ ਵਿੱਚ ਸਾਡਾ ਮਹਾਰਾਜ ਤਾਈਓ ਸਮਝਾਉਂਦੇ ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਬਰ ਪੰਖ ਵਸੇਰਾ। ਬਈ ਜਿਵੇਂ ਤਰਬਰ ਦਰਖਤ ਦੇ ਉੱਤੇ ਪੰਛੀਆਂ ਦਾ ਵਸੇਰਾ ਹੈ, ਇਸੇ ਤਰ੍ਹਾਂ ਹੀ ਸਾਡਾ ਇੱਥੇ। ਹੁਣ ਇਸ ਵਾਸਤੇ ਫਿਰ ਆਪਣੇ ਮਨ ਨੂੰ ਸਮਝਾਉਂਦੇ ਵੀ ਜੇ ਅਸੀਂ ਮਾਲਕ ਦਾ ਸਿਮਰਨ ਕਰਾਂਗੇ ਫਿਰ ਅਸੀਂ ਆਪਦੀ ਇੱਜ਼ਤ ਤੇ ਪਤ ਦੇ ਨਾਲ ਘਰ ਵਾਪਸ ਜਾ ਸਕਦੇ ਹਾਂ, ਨਹੀਂ ਤਾਂ ਅਸੀਂ ਇੱਥੇ ਜੀਵਨ ਦੀ ਬਾਜੀ ਨੂੰ ਹਾਰ ਕੇ ਜਾਵਾਂਗੇ। ਹੁਣ ਸੰਸਾਰ ਦੇ ਵਿੱਚ ਜੀਵ ਨੂੰ ਇੱਧਰ ਤਾਂ ਸਾਰਾ ਕੁਛ ਯਾਦ, ਖਾਣਾ ਪੀਣਾ, ਹੱਸਣਾ ਤੇ ਸੌਣਾ ਸਭ ਉਹਨੂੰ ਪਤਾ ਹੈ। ਪਰ ਮਹਾਰਾਜ ਕਹਿੰਦੇ ਵੀ ਉਹਨੂੰ ਵਿਸਰ ਗਿਆ ਮਰਨਾ, ਵੀ ਉਹ ਮਰਨਾ ਭੁੱਲ ਗਿਆ। ਜਿਸ ਸੰਸਾਰ ਦੇ ਨਾਲ, ਮਾਇਆ ਦੇ ਨਾਲ ਉਹ ਜੁੜੇ ਹੈ, ਸਤਿਗੁਰੂ ਕਹਿੰਦੇ ਵੀ ਇਹ ਜਿਉਣਾ ਸਾਡਾ ਧਿਰਕਾਰ ਪਾਉਂਦੇ ਨੇ ਵੀ ਧਰਿਕ, ਕਿਉਂਕਿ ਇੱਥੇ ਅਸੀਂ ਸਦਾ ਨਹੀਂ ਰਹਿਣਾ। ਮਹਾਰਾਜ ਫਰਮਾਉਂਦੇ ਖਾਣਾ ਪੀਣਾ, ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਖਾਸਮ ਵਸਾਰ ਖਵਾਰੀ ਕੀਨੀ, ਧਰਿਕ ਜੀਵਨ ਨਹੀਂ ਰਹਿਣਾ। ਮਾਲਕ ਨੂੰ ਵਿਸਾਰ ਕੇ, ਪਰਮਾਤਮਾ ਨੂੰ ਵਿਸਾਰ ਕੇ ਸਾਨੂੰ ਖਵਾਰੀ ਹੀ ਹੁੰਦੀ, ਅਸੀਂ ਖਵਾਰ ਹੀ ਹੁੰਦੇ ਹਾਂ, ਵਾਰ ਵਾਰ ਅਸੀਂ ਖਵਾਰ ਹੁੰਦੇ ਹਾਂ, ਜੂਨਾਂ 'ਚ ਜਾਂਦੇ। ਹੁਣ ਮਹਾਰਾਜ ਕਹਿੰਦੇ ਜੇ ਅਸੀਂ ਪਰਮਾਤਮਾ ਦਾ ਓਟ ਆਸਰਾ ਲਈਏ, ਜੇ ਅਸੀਂ ਉਹਦਾ ਸਿਮਰਨ ਕਰੀਏ ਫਿਰ ਸਾਨੂੰ ਖਵਾਰੀ ਨਹੀਂ ਹੋਏਗੀ, ਨਹੀਂ ਤਾਂ ਫਿਰ ਮਾਲਕ ਨੂੰ ਵਿਸਾਰ ਕੇ ਫਿਰ ਖਵਾਰੀ ਹੀ ਖਵਾਰੀ। ਹੁਣ ਜਿਹਦੀ ਖਾਤਰ ਅਸੀਂ ਪਰਮਾਤਮਾ ਨੂੰ ਵਿਸਾਰੀਏ, ਸੰਸਾਰ ਦੀ ਖਾਤਰ, ਇਸ ਸੰਸਾਰ 'ਚੋਂ ਸਾਡੇ ਨਾਲ ਨਹੀਂ ਕੋਈ ਜੰਤ। ਇੱਥੇ ਕੋਈ ਐਸਾ ਸੱਜਣ, ਕੋਈ ਐਸਾ ਮਿੱਤਰ ਨਹੀਂ ਜਿਹੜਾ ਤੋੜ ਸਾਡੇ ਨਾਲ ਨਿਭਾਵੇ ਅੱਗੇ ਤੱਕ।
महाराज इस लई फरमाउंदे जग मीत न देखियो कोई, सगल जगत अपने सुख लागियो दुख में संग न होई। भी इथे तो जीव आपो अपने सुखां करके एक दूसरे नाल बझे हुए ने झूठे बंधनां दे विच। संसार दा जिहड़ा प्यार ये स्वार्थ दा, इहदे विच कुछ ना कुछ जीव नूं स्वार्थ हुंदा। तां करके संसार दी प्रीत, संसार दे प्यार नूं गुरबाणी गुरू विच झूठा आखिया। महाराज फरमाउंदे जगत में झूठी देखी प्रीत, अपने सुख स्यों ही सब लाग्यो, क्या दारा क्या मीत। भी इत्थे जीव आपो अपने सुखां करके एक दूसरे नाल बझे हुए, ते तां करके कहंदे भी असीं तुहानूं प्यार करदे। जे तां स्वार्थ पूरा हुंदा है ते प्यार है, जदों देखदे स्वार्थ नहीं पूरा हुंदा फिर ਉਹਦੇ ही खिलाफ हो जाते, ਉਹਦੇ ही उल्ट हो जाते, ਉਹਨੂੰ फिक्के बोल, ਉਹਨੂੰ ही मंदा बोलना शुरू कर दिंदे। इस लिए ये जिहड़ा जगत दा प्यार है, मनमुखां दी दोस्ती, मनमुखां दा प्यार, सतगुर कहंदे कदों तक निभदा, जद तक माया दा लैण देण करदे, जद तक विच स्वार्थ। जदों देखिया नहीं स्वार्थ पूरा हुंदा, फिर ਉਹਦੇ खिलाफ हो जाणगे, ਉਹਨੂੰ फिक्के बोल बोलने शुरू कर देणगे। महाराज इस लई फरमाउंदे मनमुखां केरी दोस्ती, माया का संबंध, देखदियां ही भज जाण, कदे ना पायण बंध। जिचर पैनण खावणे, तिचर रखण गंढ, जित दिन किश न होवी, तित दिन बोलण गंध। सतगुरु कहंदे भी मनमुखां दा उन्ना समय प्यार है जिन्ना समा स्वार्थ। जे हुण स्वार्थ नहीं पूरा हुंदा, ਉਹਦੇ खिलाफ हो जाते, वो चाहे ਉਹਦੇ अपने ही माँ प्यो भी क्यों ना होण। मनमुख है जिहड़ा जद तक तां स्वार्थ, उन्ना समय प्यार है, मुड़ के फिर उन्हां दे भी खिलाफ हो जाता, उन्होंने भी फिक्के बोल बोलने शुरू कर दिंदे। ऐसी अवस्था हुण जिहड़े जीव नहीं सत्संगत करते, नहीं गुरु की मत लेंदे, फिर वो माता पिता नूं भी कहण लग जाते भी हुण किहड़ा इन्हां ने जवान होना, हुण तां बुढ़े हो गए, भी हुण किहड़ा इन्हां ने कोई काम करना, भी ये तो बेहतर है भी इन्हां ते पड़दा ही पै जी। भी उन्होंने बोझ मनदा, क्योंकि जदों दा स्वार्थ हुंदा, काम कार करदे, उदों दा प्यार है। जदों देखिया भी हुण नहीं काम कार कर सकदी, उदों फिर बोझ मनदा, फिर उन्होंने फिक्के बोल बोलदा, फिर उन्होंने मंदा बोलदा। हुण महाराज सच्चे पातशाह कहंदे भी इहनूं जे असीं कहने भी प्यार है, तो सतगुरु कहंदे ये प्यार नहीं है, ये मनमुखां दा प्यार, मनमुखां दी प्रीत है, ये झूठी है, क्योंकि वो स्वार्थ नूं रोंदी। जदों हुण संसार दे विचों कोई जीव चला भी जांदा है, ਉਹਦੇ फिर ਜਿਹੜਾ ਕੰਮ ਚੱਲਦਾ ਹੁੰਦਾ, ਉਹਦੇ ਨਾਲ ਉਹਦੇ ਕਰਮ ਨੂੰ ਰੋਂਦੀ ਵੀ ਜਦੋਂ ਉਹ ਸੀ ਤੇ ਸਾਨੂੰ ਆ ਸੁੱਖ ਸਹੂਲਤਾਂ ਸੀ, ਤੇ ਉਹ ਜਦੋਂ ਚਲਾ ਜਾਂਦਾ ਇੱਕ ਵਾਰ ਥੋੜਾ ਕੰਮ ਰੁਕ ਜਾਂਦਾ, ਜਦੋਂ ਹੌਲੀ ਹੌਲੀ ਫਿਰ ਚੱਲਣਾ ਸ਼ੁਰੂ ਹੋ ਜਾਂਦਾ, ਉਹ ਫਿਰ ਭੁੱਲਦੇ ਭੁੱਲਦੇ ਜੀ ਭੁੱਲ ਜਾਂਦੇ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਫਿਰ ਸਮਝਾਉਂਦੇ भी इथों संसार दे विचों कोई चीज़ भी, कोई वस्तु असीं नाल नहीं ले जा सकते, तो ना ही किसी ने होर साडे नाल जाना। ये साडा सब दा आपो अपना खेल है, असीं कल्ले आए हैं तो कल्ले नहीं इथों वापस जाना।
ਤੇ ਜਿਹੜਾ ਧਨ ਸਵਾਸਾਂ ਦਾ ਆਪਾਂ ਨੂੰ ਦਿੱਤਾ ਗਿਆ ਹੈ ਤੇ ਸਾਤੋਂ ਹੀ ਮਾਲਕ ਨੇ ਹਿਸਾਬ ਲੈਣਾ। ਇਹ ਨਹੀਂ ਵੀ ਸਾਡਾ ਹਿਸਾਬ ਕੋਈ ਸਾਡੀ ਧੀ ਜਾਂ ਸਾਡਾ ਪੁੱਤਰ ਦੇ ਜਾਂ ਸਾਡੇ ਭੈਣ ਭਰਾ ਜਾਂ ਸਾਡੇ ਮਾਪਿਓ ਦੇਣਗੇ। ਇਹ ਸਭ ਦਾ ਆਪੋ ਆਪਣਾ ਹੈ, ਸਭ ਨੂੰ ਆਪੋ ਆਪਣਾ ਹਿਸਾਬ ਦੇਣਾ ਪੈਣਾ। ਹੁਣ ਮਹਾਰਾਜ ਫਿਰ ਇਸ ਲਈ ਸਮਝਾਉਂਦੇ ਵੀ ਜਦੋਂ ਆਪਣਾ ਕੀਤਾ ਹੀ ਪਾਉਣਾ ਹੈ ਫਿਰ ਐਸੀ ਘਾਲ ਨਾ ਘਾਲੋ ਵੀ ਜਿਹਦੇ ਕਰਕੇ ਸਾਨੂੰ ਅੱਗੇ ਸਜ਼ਾ ਮਿਲੇ। ਮਹਾਰਾਜ ਕਹਿੰਦੇ ਜਿਤ ਕੀਤਾ ਪਾਈਏ ਆਪਣਾ ਸਾ ਘਾਲ ਬੋਲੀ ਕਿਉਂ ਘਾਲੀਏ। ਵੀ ਜਦੋਂ ਆਪਣਾ ਕੀਤਾ ਹੀ ਮਿਲਣਾ ਅੱਗੇ ਫਿਰ ਐਸੀ ਘਾਲਣਾ ਨਾ ਘਾਲੋ ਵੀ ਜਿਹਦੇ ਕਰਕੇ ਸਾਨੂੰ ਸਜ਼ਾ ਮਿਲੇ। ਵੀ ਤੁਸੀਂ ਉਹ ਕਰਮ ਕਰੋ ਜਿਹਦੇ ਨਾਲ ਸਾਨੂੰ ਸ਼ਾਬਾਸ਼ ਮਿਲੇ ਤੇ ਸਾਡਾ ਮੁੱਖ ਉਜਲ ਹੋ ਜੇ। ਹੁਣ ਇਹ ਕਰਮ ਦੋ ਹੀ ਨੇ, ਇੱਕ ਐਸਾ ਕਰਮ ਜਿਹਦੇ ਨਾਲ ਸਾਡਾ ਮੁੱਖ ਕਾਲਾ ਹੁੰਦਾ ਤੇ ਸਾਨੂੰ ਸਜ਼ਾ ਮਿਲਦੀ, ਉਹ ਕਰਮ ਫਿਰ ਮਰਮੁਖ ਕਰਦੇ, ਕਿਸੇ ਦੀ ਨਿੰਦਿਆ ਕਰਕੇ ਉਹਦੇ ਔਗਣ ਫਰੋਲਦੇ ਤੇ ਉਹਦੇ ਨਾਲ ਸਾਡਾ ਮੁੱਖ ਕਾਲਾ ਹੁੰਦਾ ਤੇ ਸਾਨੂੰ ਸਜ਼ਾ ਵੀ ਮਿਲਦੀ। ਮਹਾਰਾਜ ਤਾਈਓ ਫਰਮਾਉਂਦੇ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ ਮੂੰਹ ਕਾਲੇ ਤਨ ਨਿੰਦਕਾਂ ਨਰਕੇ ਘੋਰ ਪਵਨ। ਔਰ ਇੱਕ ਤਾਂ ਇਹ ਐਸਾ ਕਰਮ ਜਿਹੜਾ ਕਰਕੇ ਸਾਡਾ ਮੂੰਹ ਕਾਲਾ ਹੋਣਾ ਤੇ ਸਾਨੂੰ ਨਰਕਾਂ 'ਚ ਸੁੱਟਿਆ ਜਾਣਾ, ਸਾਨੂੰ ਸਜ਼ਾ ਬੜੀ ਸਖਤ ਮਿਲਣੀ। ਔਰ ਇੱਕ ਕਰਮ ਹੈ ਜਿਹਦੇ ਨਾਲ ਸਾਡਾ ਮੁੱਖ ਜੇ ਕਾਲਾ ਵੀ ਹੋਇਆ ਤੇ ਉਹ ਤਾਂ ਵੀ ਉਜਲ ਹੋ ਜਾਂਦਾ, ਤਾਂ ਵੀ ਨਿਰਮਲ ਹੋ ਜਾਂਦਾ। ਫਿਰ ਉਹ ਕਰਮ ਹੈ ਜਿਹੜਾ ਫਿਰ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ ਤੇ ਵਿਚਾਰ ਕਰਦੇ ਗੁਰਬਾਣੀ ਗੁਰੂ ਦੀ, ਜਿਨ੍ਹਾਂ ਦੇ ਅੰਦਰ ਨਾਮ ਨਿਧਾਨ ਨਾਮ ਪ੍ਰਗਟ ਹੈ, ਉਹਨਾਂ ਦੇ ਮੁੱਖ ਮਹਾਰਾਜ ਕਹਿੰਦੇ ਵੀ ਸਦਾ ਹੀ ਉਜਲ ਨੇ ਮਾਲਕ ਦੇ ਘਰ ਦੇ ਵਿੱਚ, ਸੱਚੀ ਦਰਗਾਹ ਦੇ ਵਿੱਚ। ਫਰਮਾਉਂਦੇ ਨੇ ਜਿਨ੍ਹਾਂ ਅੰਤਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ ਤਨ ਕੇ ਮੁਖ ਸਦ ਉਜਲੇ ਤਿਤ ਸੱਚੇ ਦਰਬਾਰ। ਵੀ ਉਹਨਾਂ ਗੁਰਮੁਖਾਂ ਦੇ ਮੁਖ ਸਦਾ ਉਜਲ ਸੱਚੇ ਦਰਬਾਰ ਮਾਲਕ ਦੇ ਘਰ ਦੇ ਵਿੱਚ। ਹੁਣ ਆਪਾਂ ਨੂੰ ਕਹਿੰਦੇ ਵੀ ਤੁਸੀਂ ਦੇਖੋ ਵੀ ਹੁਣ ਤੁਸੀਂ ਇਹਨਾਂ ਦੋਵਾਂ ਕਰਮਾਂ ਦੇ ਵਿੱਚੋਂ ਕਿਹੜਾ ਕੰਮ ਕਰਨਾ। ਵੀ ਇੱਕ ਦਾ ਕਰਮ ਸਾਨੂੰ ਸਜ਼ਾ ਦਿਵਾਉਂਦਾ, ਇੱਕ ਕਰਮ ਜਿਹਦੇ ਨਾਲ ਸਾਨੂੰ ਸ਼ਾਬਾਸ਼ ਮਿਲਣੀ, ਸਾਡਾ ਮੁੱਖ ਉਜਲ ਹੋਣ। ਇਹ ਹੁਣ ਇੱਛਾ ਸਾਡੀ ਤੇ ਹੈ ਵੀ ਅਸੀਂ ਕਿਹੜਾ ਕਰਨਾ। ਜੇ ਤਾਂ ਅਸੀਂ ਸਜ਼ਾ ਲੈਣ ਵਾਲਾ ਕਰਾਂਗੇ ਤੇ ਫਿਰ ਤਾਂ ਅਸੀਂ ਇੱਥੇ ਵੀ ਦੁਖੀ ਹੋਵਾਂਗੇ ਤੇ ਜਦੋਂ ਦੇਹ ਛੱਡਾਂਗੇ ਫਿਰ ਵੀ ਸਜ਼ਾ ਮਿਲੇਗੀ। ਜੇ ਅਸੀਂ ਸ਼ਾਬਾਸ਼ ਲੈਣ ਵਾਲਾ ਕਰਾਂਗੇ ਫਿਰ ਉਹਦੇ ਨਾਲ ਸਾਨੂੰ ਇੱਥੇ ਵੀ ਸੁੱਖ ਮਿਲਣਾ, ਸਾਡੇ ਮਨ ਨੇ ਸਹਿਜ ਵਿੱਚ ਰਹਿਣਾ, ਆਨੰਦ ਅਵਸਥਾ 'ਚ ਰਹਿਣਾ। ਤੇ ਜਦੋਂ ਅਸੀਂ ਦੇਹ ਛੱਡਾਂਗੇ ਸਾਨੂੰ ਫਿਰ ਵੀ ਸੁੱਖ, ਫਿਰ ਵੀ ਆਨੰਦ, ਅਸੀਂ ਆਪਦੇ ਘਰ ਚਲੇ ਜਾਵਾਂਗੇ। ਹੁਣ ਮਹਾਰਾਜ ਕਹਿੰਦੇ ਵੀ ਇੱਛਾ ਸਾਡੀ ਮਨ ਦੀ ਤੇ ਹੈ ਵੀ ਅਸੀਂ ਇਹਨਾਂ ਦੋਵਾਂ ਕਰਮਾਂ ਦੇ ਵਿੱਚੋਂ ਕਿਹੜਾ ਕਰਮ ਕਰਨਾ। ਜਿਵੇਂ ਸਾਡੇ ਮਨ ਵਾਸਤੇ ਦੋ ਕੱਪੜੇ, ਇੱਕ ਦੁੱਖ ਦਾ ਤੇ ਇੱਕ ਸੁੱਖ ਦਾ। ਹੁਣ ਇਹ ਇੱਛਾ ਸਾਡੀ ਤੇ ਹੈ ਵੀ ਅਸੀਂ ਕਿਹੜਾ ਪਹਿਨਣਾ ਹੈ, ਕਿਹੜਾ ਕੱਪੜਾ ਪਾਉਣਾ ਹੈ। ਮਹਾਰਾਜ ਕਹਿੰਦੇ ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਈ ਮਨੁੱਖ। ਵੀ ਇਹ ਦੋ ਕੱਪੜੇ ਨੇ ਸਾਡੇ ਮਨ ਵਾਸਤੇ, ਜਿਹੜਾ ਤਾਂ ਅਸੀਂ ਆਪਦੀ ਮੱਤ ਦੁਆਰਾ ਪਾਉਂਦੇ ਹਾਂ।
ये वैर विरोध वाला, निंदिया चुगली वाला कपड़ा, ये दुखों का कपड़ा है। जिहड़ा मालक की सिफ सलाह का सिमन करते हैं, सत्संगत करते हैं, मालक की वडियाई करते हैं, ये सुख का कपड़ा है। हुण जिहड़े भगत गुरमुख वो फिर इस सुख का कपड़ा पा के रखते, उन्हां दा जिहड़ा पहनना मालक की सिफ सलाह करते, वडियाई करते, उसकी सिफ सलाह का उन्होंने कपड़ा पाया हुंदा। जिहड़ा उन्हां दा भोजन है वो अमृत नाम रस। महाराज फरमाउंदे भगतां का भोजन नाम निरंजन, पहनन भगत वडाई, निज घर वासा सदा हर सेवन हर दर शोभा पाई। भी भगतां दा जिहड़ा भोजन वो नाम है, तो भगत पहनदे मालक की सिफ सलाह वडियाई का कपड़ा पाउंदे। हुण आपां नूं कहिंदे भी जे असी भी ये वडियाई का कपड़ा पावांगे तो आप सुखी हो जाएंगे, सुख का कपड़ा है। जे असी संसार वाला पावांगे, चिंता फिकरां वाला, दुविधा वाला, निंदिया चुगली वाला, वो दुखों का कपड़ा। हुण इच्छा साडी मन दे उत्ते, जिमें आप तन के उत्ते कपड़ा पाने, जिहड़ा आपां नूं चंगा लगदा अपनी पसंद का आपां पा लैने। और इस तरह ही मन वास्ते दो कपड़े ने, तो इच्छा मन की तो भी जिहड़ा तैनूं चंगा लगदा वो पा ली, ते नाल ही फिर सानूं दस दिता भी जे दुख का पावांगे तो दुखी रहांगे, जे सुख का पावांगे तो सुखी हो जाएंगे। हुण बहुते जीवां ने संसार दे विच दुख का कपड़ा पहनिया, दुख का कपड़ा पाया होने करके दिन रात वो दुखी रहिंदी। दिन रात उन्हां दा मन सहिंसे फिकर चिंतावां दे विच, वैर विरोध दे विच, दुविधा दे विच, दुरमत दी अगन दे विच जलदा रहिंदा, सड़दा रहिंदा। हुण ये जिहड़े कर्म ने, ये साडे कर्म सानूं वापस जूनां दे विच लैके जाण वाले ने। हुण महाराज ताइयों सानूं कहिंदे भी ये कर्म ही सानूं एक गुरु की मत द्वारा जिहड़ा असीं करदे सानूं परमात्मा दे नेड़े ले आउंदे। जिहड़े कर्म असीं आपदी मत द्वारा करदे वो सानूं परमात्मा तो दूर ले जांदे। ताइयों सानूं रोज़ फरमाउंदे कर्मी आपो अपनी के नेड़े के दूर। भी ये कर्म करके ही असी मालक तो दूर हाँ, तो कर्म करके ही असी मालक दे नेड़े। और एक दा कर्म ऐसा जिहड़ा असी गुरु की मत द्वारा करांगे वो सानू मालक दे नेड़े ले आएगा। वो कर्म है जो फिर सानू सतगुरु कह रहे, प्राणी एको नाम ते आवो, अपनी पत सेती घर जावो। भी जे हुण असी परमात्मा का नाम ते आवांगे, सिमरन करांगे, ये कर्म सानू मालक दे नेड़े ले आएगा, परमात्मा दे नेड़े ले आएगा। सो ताइयों फिर साडे मन नूं कहिंदे भी ये कर्म कर जिहड़ा तैनूं करन वास्ते भेजिए। राम सिमर यह तेरे काज है। भी यही तेरा असल कारज है, तो ये कारज करेंगा तो तू मालक दे नेड़े आ जाएगा, परमात्मा दे नाल तेरा मिलाप हो जाएगा। हुण जे असीं आपदी मत द्वारा कर्म करांगे, उन्होंने अवर काज कहिंदे। वो जिहड़े अवर काज ने वो साडे किसी काम आउण वाले नहीं, उन्होंने सानू सज़ा ही दिवाउणी, उन्होंने सानू दुखी रखना, भरम च ही रखना। महाराज ताइयों सानू रोज़ फरमाउंदे अवर काज तेरे किते ना काम, मिल साध संगत भज केवल नाम। भी होर जिहड़े कर्म साडे लोकाचारी दे, भी लोग सातों गुस्से ना हो जाण, लोग की सोचणगे,
महाराज कहते भी ये कर्मां नूं छड्डो लोकाचारी वाले नूं, कि तुसी आपदा कर्म करो। अवर कर्म सब लोकाचार, मैल साधु संग होए आधार। भी जे तां असीं साध संगत करांगे साडे मन दा आधार हो जाण। जे हुण असीं लोकाचारी ते लगे रहे ते लोकां नूं तां असीं खुश कर नहीं सकदे। कोई भी जीव किसी तो भी वो खुश नहीं हुंदा, क्योंकि वो आपदे उहदे जे कर्म ही ऐसे ने। गुरु तो मत द्वारा उल्ट चलता है, वो अवर काज करन लग्या होया ते फिर उन्होंने सुख कित्थों। आप आ गई उन्होंने सुख ही कर देंगे तो वो सुखी हो ही नहीं सकता। अवर काज करके वो किवें सुखी हो जाएगा? सुखी तो तां होएगा जे वो जिहड़ा कर्म सानू सतगुरु करन नूं कह रहे, जे वो करेगा। इसलिए फिर साडे मन नूं समझाउंदे भी ये जिहड़े अवर काज ने लोकाचारी वाले, भी इहनूं छड्ड के तूं एक मालक नूं प्रसन्न कर। वो मालक नूं खुश कर। जे असीं हुण जिन्ना संसार नूं खुश करन ते लगे हां, जे असीं मालक नूं लगीए भी मालक साडे ते किवें प्रसन्न होवे, वो साडे ते किवें तुठे, सानू लोकां दा फिकर भी वो किते गुस्से ना हो जाण। हुण आपां नूं ये नहीं बई जे असीं गुरु दा वचन नहीं मन्नांगे ते किते गुरु ना साडे नाल गुस्से हो जाए। सानू गुरु दा नहीं, सानू लोकां दा है। ते महाराज सच्चे पातशाह इसलिए फिर समझाउंदे भी इहनूं लोक लज्जा कहंदे, भी लोग ही आखणगे ये लोक लज्जा। सतगुरु कहते भी लोक लज्जा तो उन्होंने आनी चाहिए जिहड़े सिमरन करते हैं, जिहड़े सत्संगत करते हैं। उन्होंने तो लाज नाल मरना चाहिए। महाराज कहते भी जिहड़े संगत नहीं करते, लाज मरे जो नाम ना लेवे, नाम बिहूण सुखी क्यों सोवे। हर सिमरन छाड़ परमगत चाहे, मूल बिना साका कथा है। महाराज कहते लाज तो उन्होंने आनी चाहिए जिहड़े सिमरन करते हैं। ते आपां नूं काहदी लाज? आपां किहड़ा कोई माड़ा काम करते? आपां तां सिमरन करते हैं, संगत करते। ते जिहड़े नहीं करते उन्होंने लाज आनी चाहिए, उन्होंने शर्म आनी चाहिए भी जिस मकसद वास्ते सानू ये जीवन मिले है ते असीं जे वो कार्ज नहीं करते। नाले महाराज रोज़ कहते भी जिहड़े जीव सत्संगत नहीं करते उन्हों का जिउना धिरक। आप रोज़ पढ़ते जो सतगुर शरण संगत नहीं आए, धिरक जीवे धिरक जीवास। भी उन्हों का जिउना धिरक जिहड़े जीव नहीं सत्संगत दे विच आउंदे। इस वास्ते फिर आपां नूं समझाउंदे भी जे असीं लोकाचारी छड्ड के जे असीं वो कर्म करिए भी जिहदे नाल असीं सतगुर नूं चंगे लगीए, असीं परमात्मा नूं भा जाईए, ਉਹਨੂੰ फिर कौन पाउंदे? ਜਿਹੜੇ फिर मालक की वाह वाह करते, ਜਿਹੜੇ ਉਹਦੇ सिमरन करते। ਜਿਹੜਾ गुरसिख सास गिरा सिमरन करदा, ਉਹ सिख गुरु नूं भाउंदा, गुरु नूं चंगा लगदा। महाराज फरमाउंदे जो सास गिरास ध्याई मेरा हर हर, सो गुरसिख गुरु मन भावे। भी उसे गुरसिख ने गुरु दे मन नूं भाउणा जिहड़ा सास गिरास सिमरन करेगा। ਜਿਹੜੇ फिर गुरमुख करते वो गुरु नूं भा जाते। जे असीं गुरु नूं भा गए तो समझ लो साडा मालक नाल मिलाप हो जाना। गुर परमेश्वर एक हो जान। गुरु ते परमेश्वर दे विच कोई फर्क नहीं, इक्को ही नहीं। इस वास्ते फिर आपां नूं दसदे भी हुण असीं परमात्मा निरंकार किवें खुश होवे साडे ते, किवें उठ उठे। असीं ऐसा किहड़ा कर्म करिए
ਵੀ ਜਿਹਦੇ ਕਰਕੇ ਸਾਡੇ ਤੇ ਪ੍ਰਸੰਨ ਹੋ ਕੇ ਸਾਡੇ ਨਾਲ ਮਿਲਾਪ ਕਰ ਲਵੇ। ਅਸੀਂ ਮੁੱਖ ਤੋਂ ਕੀ ਬੋਲੀਏ, ਜਿਹੜਾ ਸਾਡਾ ਮਾਲਕ ਦੇ ਨਾਲ ਪਿਆਰ ਪੈ ਜੇ, ਉਹਦੇ ਨਾਲ ਸਾਡੀ ਪ੍ਰੀਤ ਪੈ ਜੇ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ, ਵੀ ਐਸੇ ਕਿਹੜੇ ਬੋਲ ਬੋਲੀਏ ਮੁੱਖ ਚੋਂ ਵੀ ਮਾਲਕ ਦੇ ਨਾਲ ਪ੍ਰੀਤ ਪੈ ਜੇ ਸਾਡੀ। ਕਿਉਂਕਿ ਪ੍ਰੀਤ ਸਾਡੀ ਟੁੱਟੀ ਉਦੋਂ ਜਦੋਂ ਅਸੀਂ ਗੁਰੂ ਦੀ ਮੱਤ ਦੁਆਰਾ ਨਹੀਂ ਬੋਲਦੇ, ਜਦੋਂ ਅਸੀਂ ਆਪਦੀ ਮੱਤ ਦੁਆਰਾ ਬੋਲਦੇ। ਜਦੋਂ ਅਸੀਂ ਫਿੱਕੇ ਬੋਲ ਬੋਲਦੇ ਹਾਂ, ਮਾੜੇ ਬੋਲ ਬੋਲਦੇ ਹਾਂ, ਜਦੋਂ ਅਸੀਂ ਦੁਬਦਾ ਵਸ ਹੋ ਕੇ, ਫੇਰ ਹੀ ਸਾਡੀ ਮਾਲਕ ਦੇ ਨਾਲ ਪ੍ਰੀਤ ਟੁੱਟਦੀ ਤੇ ਉਹਨੇ ਸਾਨੂੰ ਛੱਡ ਦਿੱਤਾ। ਮਾਰੇ ਫਰਮਾਉਂਦੇ ਟੂਟ ਪ੍ਰੀਤ ਗਈ ਗੁਰ ਬੋਲ, ਦੁਰਮਤ ਪਰ ਹਰ ਛਾਡੀ ਢੋਲ। ਵੀ ਮਾਲਕ ਤੋਂ ਸਾਡੀ ਪ੍ਰੀਤ ਤਾਂਹੀਓ ਟੁੱਟੀ ਹੈ ਕਿਉਂਕਿ ਅਸੀਂ ਫਿੱਕੇ ਬੋਲ ਬੋਲੇ, ਅਸੀਂ ਮਾੜੇ ਬੋਲ ਬੋਲੇ, ਉਹਨੇ ਸਾਨੂੰ ਛੱਡ ਦਿੱਤਾ। ਤੇ ਹੁਣ ਅਸੀਂ ਕੀ ਬੋਲ ਬੋਲੀਏ ਵੀ ਮੁੱਖ ਤੋਂ ਤਾਂ ਕਿ ਮਾਲਕ ਨੂੰ ਅਸੀਂ ਭਾ ਜਾਈਏ। ਐਸਾ ਕੀ ਬੋਲੀਏ ਵੀ ਜਿਹਦੇ ਨਾਲ ਸਾਡੇ ਮਨ ਦੀ ਇੱਜ਼ਤ ਪੱਤ ਰਵੇ ਤੇ ਸਾਡਾ ਬੋਲਿਆ ਹੋਇਆ ਪ੍ਰਵਾਨ ਹੋ ਜੀ। ਮਹਾਰਾਜ ਤਾਂਹੀਓ ਫਰਮਾਉਂਦੇ ਸਾਨੂੰ ਵੀ ਕੀ ਬੋਲੀ ਵੀ ਤਾਂ ਕਿ ਸਾਡਾ ਬੋਲਿਆ ਹੋਇਆ ਪ੍ਰਵਾਨ ਹੋਵੇ। ਜਿਤ ਬੋਲਿਆ ਪਤ ਪਾਈਏ, ਸੋ ਬੋਲਿਆ ਪ੍ਰਵਾਨ। ਵੀ ਜਿਹੜਾ ਬੋਲਣ ਦੇ ਨਾਲ ਸਾਡੇ ਮਨ ਦੀ ਪੱਤ ਰਹਿੰਦੀ, ਇੱਜ਼ਤ ਰਹਿੰਦੀ, ਜਿਹੜਾ ਬੋਲਿਆ ਪ੍ਰਵਾਨ ਹੋਵੇ, ਉਹ ਫਿਰ ਸਾਨੂੰ ਸਤਿਗੁਰੂ ਬੋਲਣਾ ਸਿਖਾਉਂਦੇ ਵੀ ਹੁਣ ਤੁਸੀਂ ਮਾਲਕ ਦੇ ਗੁਣ ਗਾਓ, ਤੁਸੀਂ ਪਰਮਾਤਮਾ ਦਾ ਸਿਮਰਨ ਕਰੋ। ਜਦੋਂ ਅਸੀਂ ਹੁਣ ਇਹ ਸਿਮਰਨ ਕਰਾਂਗੇ, ਮੁੱਖ ਤੋਂ ਬੋਲਾਂਗੇ, ਜਿਹੜਾ ਸਾਡੇ ਮਨ ਦੇ ਉੱਤੇ ਪਾਪਾਂ ਦੀ ਮੈਲ ਲੱਗ ਚੁੱਕੀ ਹੈ, ਦੁਰਮਤ ਦੀ ਮੈਲ ਲੱਗ ਚੁੱਕੀ, ਫਿੱਕੇ ਬੋਲ ਬੋਲ ਕੇ, ਫਿਰ ਇਹ ਸਾਡੇ ਮਨ ਦੀ ਮੈਲ ਉਤਰਨੀ। ਮਹਾਰਾਜ ਇਸ ਲਈ ਫਰਮਾਉਂਦੇ ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲੈ ਜਾਈ। ਬਈ ਗੁਰਸਿੱਖੋ ਬੋਲੋ, ਕੀ ਬੋਲੀਏ? ਕਹਿੰਦੇ ਵੀ ਸਿਮਰਨ ਕਰ। ਜਦੋਂ ਅਸੀਂ ਸਿਮਰਨ ਕਰਾਂਗੇ, ਕਹਿੰਦੀ ਜਿਹੜੀ ਪਾਪਾਂ ਦੀ ਮੈਲ ਲੱਗੀ ਹੈ ਉਹ ਮੈਲ ਲੱਥ ਜੇਗੀ, ਸਾਡਾ ਮਨ ਸ਼ੁੱਧ ਹੋ ਜਾਏਗਾ, ਨਿਰਮਲ ਹੋ ਜਾਏਗਾ। ਜਿਉਂ ਜਿਉਂ ਅਸੀਂ ਰਸਨਾ ਦੁਆਰਾ ਮਾਲਕ ਦੇ ਗੁਣ ਗਾਵਾਂਗੇ ਤੇ ਉਹਦੇ ਤੋਂ ਔਗੁਣਾਂ ਦੀ ਜਿਹੜੀ ਮੈਲ ਲੱਗੀ ਹੋਈ, ਫਿਰ ਉਹ ਮੈਲ ਕੱਟੀ ਜਾਣ। ਮਹਾਰਾਜ ਇਸ ਲਈ ਫਰਮਾਉਂਦੇ ਰਸਨਾ ਗੁਣ ਗਾਵੇ ਹਰ ਤੇਰੇ, ਮਿਟੇ ਕਮਾਤੇ ਔਗਣ ਮੇਰੇ। ਵੀ ਜਿਉਂ ਜਿਉਂ ਸਾਡੀ ਰਸਨਾ ਤੇਰੇ ਗੁਣ ਗਾਉਂਦੀ ਹੈ, ਜਿਹੜੀ ਸਾਡੇ ਮਨ ਦੇ ਉੱਤੇ ਔਗਣਾਂ ਦੀ ਮੈਲ ਲੱਗੀ ਹੈ, ਦੁਰਮਤ ਦੀ ਮੈਲ ਲੱਗੀ ਹੈ, ਸਾਡੀ ਮੈਲ ਉਤਰ ਜਾਂਦੀ। ਹੁਣ ਤਾਂ ਫਿਰ ਸਾਨੂੰ ਕਹਿੰਦੇ ਵੀ ਮਾਲਕ ਦੇ ਗੁਣ ਗਾ, ਜਿਹੜੇ ਉਹਦੇ ਗੁਣ ਮਿੱਠੇ ਨੇ। ਜਿਉਂ ਜਿਉਂ ਅਸੀਂ ਉਹਦੇ ਗੁਣ ਗਾਵਾਂਗੇ, ਉਹਦੇ ਰੰਗ 'ਚ ਰੰਗੇ ਜਾਵਾਂਗੇ, ਸਾਨੂੰ ਫਿਰ ਦਰਗਾਹ ਦੇ ਵਿੱਚ ਥਾਂ ਮਿਲ ਜਾਏਗੀ। ਮਹਾਰਾਜ ਇਸ ਲਈ ਫਰਮਾਉਂਦੇ ਮੀਠੇ ਹਰ ਗੁਣ ਗਾਓ ਜਿੰਦੂ ਤੂੰ, ਮੀਠੇ ਹਰ ਗੁਣ ਗਾਓ ਸੱਚੇ ਸੇਤੀ ਰਤਿਆਂ, ਮਿਲਿਆ ਨਿਥਾਵੇ ਥਾਓ। ਵੀ ਜਿਨ੍ਹਾਂ ਨੂੰ ਕਿਤੇ ਹੋਰ ਕੋਈ ਥਾਂ ਨਹੀਂ, ਉਹਨਾਂ ਨੂੰ ਫਿਰ ਮਾਲਕ ਦੇ ਚਰਨਾਂ ਦੇ ਵਿੱਚ ਥਾਂ ਮਿਲ ਜਾਂਦੀ। ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਦਰਗਾਹ ਦੇ ਵਿੱਚ ਥਾਂ ਹੈ, ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ। ਹੁਣ ਇਸ ਲਈ ਫਿਰ ਮਨ ਨੂੰ ਕਹਿੰਦੇ
ਵੀ ਤੂੰ ਪਰਮਾਤਮਾ ਦੇ ਗੁਣ ਗਾ, ਤੂੰ ਉਹਦਾ ਸਿਮਰਨ ਕਰ। ਸਿਰਫ ਇੱਕ ਮਨ ਹੀ ਹੈ ਆਪਣਾ ਜਿਹੜਾ ਮਾਲਕ ਦੇ ਨਹੀਂ ਗੁਣ ਗਾਉਂਦਾ, ਬਾਕੀ ਸਾਰੇ ਗਾਉਂਦੇ ਨੇ। ਹੋਰ ਹੁਣ ਜਦੋਂ ਰਾਤ ਨੂੰ ਆਪਾਂ ਆਪਦੇ ਘਰ ਮਨ ਆਪਣੇ ਦੇਸ਼ ਚਲਾ ਜਾਂਦਾ ਹੈ, ਫਿਰ ਇਹ ਸਾਰਾ ਪਰਿਵਾਰ ਹੈ ਜਿਹੜਾ ਇਕੱਠਾ ਹੋ ਕੇ ਬੈਠ ਜਾਂਦਾ। ਇਹ ਪੌਣ ਪਾਣੀ ਵਸੰਤਰ ਇਹ ਵੀ ਮਾਲਕ ਨੂੰ ਗਾਉਂਦੇ। ਰਾਜਾ ਧਰਮ ਰਾਜੇ ਚਿੱਤਰਗੁਪਤ ਹੁਣੀ ਇਹ ਵੀ ਗਾਉਂਦੇ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਵੀ ਮਾਲਕ ਦਾ ਸਿਮਰਨ ਕਰਦੇ। ਫਿਰ ਇਹ ਸਾਰੀ ਕਰਦੇ। ਸਿਰਫ ਇੱਕ ਮਨ ਹੀ ਹੈ ਜਿਹੜਾ ਨਹੀਂ ਗਾਉਂਦਾ। ਜਦੋਂ ਸਵੇਰ ਨੂੰ ਆਉਂਦਾ, ਨਾ ਤਾਂ ਇਹ ਕਰਦਾ ਨਾ ਇਹਨਾਂ ਨੂੰ ਕਰਨ ਦਿੰਦਾ। ਹੁਣ ਜਦੋਂ ਇਹ ਚਲਾ ਜਾਂਦਾ ਆਪਣੇ ਦੇਸ਼, ਫਿਰ ਇਹ ਸਾਰੀ ਬੈਠ ਜਾਂਦੇ ਵੀ ਚਲੋ ਹੁਣ ਗਿਆ, ਹੁਣ ਸ਼ਾਂਤੀ ਨਾਲ ਬੈਠ ਕੇ ਵੀ ਮਾਲਕ ਦਾ ਸਿਮਰਨ ਕਰ। ਮਹਾਰਾਜ ਇਸ ਲਈ ਫਰਮਾਉਂਦੇ, ਗਾਵਣ ਤੁਧ ਨੂੰ ਚਿੱਤਰਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੀ। ਵੀ ਇਹ ਸਾਰੇ ਮਾਲਕ ਨੂੰ ਗਾਉਂਦੇ। ਚਿੱਤਰਗੁਪਤ ਗਾਉਂਦੇ, ਧਰਮ ਰਾਏ ਗਾਉਂਦਾ, ਇਹ ਸਾਰੇ ਮਾਲਕ ਦਾ ਸਿਮਰਨ ਕਰਦੇ। ਸਿਰਫ ਇੱਕ ਮਨ ਹੀ ਹੈ ਜਿਹੜਾ ਨਹੀਂ ਗਾਉਂਦਾ। ਫਿਰ ਇਸ ਕਰਕੇ ਮਨ ਨੂੰ ਹੀ ਸਮਝਾਇਆ ਗਿਆ, ਮਨ ਨੂੰ ਹੀ ਵਾਰ-ਵਾਰ ਆਖਿਆ ਗਿਆ ਵੀ ਤੂੰ ਪਰਮਾਤਮਾ ਦੇ ਗੁਣ ਗਾ, ਤੂੰ ਗਾਉਂਦਾ ਕਿਉਂ ਨਹੀਂ? ਤੂੰ ਕਿਉਂ ਨਹੀਂ ਉਸਤਤ ਕਰਦਾ, ਕਿਉਂ ਨਹੀਂ ਵਡਿਆਈ ਕਰਦਾ? ਫਿਰ ਮਨ ਨੂੰ ਹਰ ਇੱਕ ਪੱਖੋਂ ਸਮਝਾਇਆ ਗਿਆ। ਇਹਨੂੰ ਪਿਆਰ ਨਾਲ ਸਮਝਾਉਂਦੇ ਵੀ ਹੁਣ ਵੇਲਾ ਹੈ, ਹੁਣ ਮੌਕਾ ਮਿਲਿਆ ਹੈ, ਹੁਣ ਤੂੰ ਗਾ ਸਕਦਾ ਹੈ ਅਤੇ ਹੁਣ ਤੂੰ ਮਾਲਕ ਨੂੰ ਮਿਲ ਸਕਦਾ। ਫਰਮਾਉਂਦੇ ਸੁਣ ਮਨ ਮਿੱਤਰ ਪਿਆਰੇ ਹੈ, ਮਿਲ ਵੇਲਾ ਹੈ ਜਬ ਲਗ ਜੋਬਨ ਸਾਸ ਹੈ, ਤਬ ਲਗ ਇਹ ਤੰਦੀ। ਵੀ ਹੁਣ ਤੇਰੇ ਕੋਲ ਵੇਲਾ, ਹੁਣ ਤੇਰੇ ਕੋਲ ਮੌਕਾ ਹੈ, ਹੁਣ ਤੂੰ ਮਿਲ ਸਕਦਾ। ਹੁਣ ਤਾਂ ਕਰਕੇ ਫਿਰ ਮਨ ਨੂੰ ਕਹਿੰਦੇ ਵੀ ਹੋਰ ਕੋਈ ਵਾਰੀ, ਹੋਰ ਕੋਈ ਮੌਕਾ, ਹੋਰ ਕੋਈ ਰੁੱਤ ਨਹੀਂ। ਵੀ ਜੇ ਤੂੰ ਆਖੇ ਮੈਂ ਹੁਣ ਨਹੀਂ, ਮੈਂ ਅੱਗੇ ਕਰ ਲਾਂਗਾ, ਅਤੇ ਮਹਾਰਾਜ ਕਹਿੰਦੇ ਫਿਰ ਕਦੋਂ ਕਰੇਂਗਾ? ਵੀ ਹੁਣ ਹੀ ਤਾਂ ਤੈਨੂੰ ਮੌਕਾ ਮਿਲਿਆ, ਹੁਣ ਹੀ ਤਾਂ ਤੈਨੂੰ ਵਾਰੀ ਮਿਲੀ, ਕਈਆਂ ਜਨਮਾਂ ਬਾਅਦ, ਕਈਆਂ ਯੁੱਗਾਂ ਬਾਅਦ। ਜੋ ਮਹਾਰਾਜ ਫਰਮਾਉਂਦੇ, ਫਿਰਤ ਫਿਰਤ ਬਹੁਤੇ ਯੁੱਗ ਹਾਰਿਓ ਮਾਨਸ ਦੇ ਲਈ। ਵੀ ਇੱਕ ਸਿਰਫ ਮਾਨਸ ਜਮਾ ਹੀ ਹੈ ਜਿਹਦੇ ਵਿੱਚ ਸਾਨੂੰ ਹੁਣੇ ਵਾਰੀ ਦਿੱਤੀ ਜਾਂਦੀ। ਤਾਈਓ ਆਪਾਂ ਨੂੰ ਰੋਜ਼ ਸਤਿਗੁਰੂ ਫਰਮਾਉਂਦੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਹੈ। ਬਈ ਹੋਣੀ ਵਾਰੀ, ਹੋਣੀ ਮੌਕਾ ਹੈ, ਅਤੇ ਹੁਣ ਤੂੰ ਮਿਲ ਸਕਦਾ। ਹੁਣ ਇਸ ਵਾਸਤੇ ਮੇਰੇ ਮਨ ਨੂੰ ਹਰ ਇੱਕ ਪੱਖੋਂ ਸਤਿਗੁਰੂ ਸਮਝਾਉਂਦੇ ਵੀ ਹੁਣ ਤੇਰੇ ਕੋਲ ਮੌਕਾ ਹੈ, ਵੀ ਹੁਣ ਵਾਰੀ, ਹੋਰ ਕੋਈ ਰੁੱਤ ਨਹੀਂ ਹੈ। ਵੀ ਇਹ ਤੂੰ ਭਰਮ 'ਚ ਨਾ ਭੁੱਲੀ ਵੀ ਮੇਰੇ ਤੋਂ ਹੁਣ ਨਹੀਂ ਹੁੰਦਾ, ਮੈਂ ਫੇਰ ਕਰ ਲਾਂਗਾ। ਮਹਾਰਾਜ ਇਸ ਲਈ ਫਰਮਾਉਂਦੇ, ਅਬ ਕੱਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੁੱਤ ਨਹੀਂ ਮਤ ਭਰਮ ਭੁੱਲੋ ਭੁੱਲੋ। ਵੀ ਹੋਰ ਕੋਈ ਰੁੱਤ ਜਾਂ ਹੋਰ ਕੋਈ ਮੌਕਾ ਜਾਂ ਹੋਰ ਕੋਈ ਵਾਰੀ ਨਹੀਂ। ਵੀ ਹੁਣ ਹੀ ਵਾਰੀ ਹੈ, ਹੁਣ ਹੀ ਮੌਕਾ ਹੈ, ਹੁਣ ਤੂੰ ਕਰ ਸਕਦਾ। ਆਈਓ ਫਿਰ ਸਾਨੂੰ ਕਹਿੰਦੇ ਵੀ ਕਿਉਂ ਨਹੀਂ ਕਰਦੇ, ਵੀ ਹੁਣ ਤੁਸੀਂ ਕਰੋ। ਵੀ ਹੁਣ ਵਾਰੀ ਹੈ ਮਿਲਣ ਦੀ, ਹੁਣ ਤੁਸੀਂ ਮਿਲ ਸਕਦੇ। ਕਹੋ ਨਾਨਕ ਮਿਲਣ ਕੀ ਵਰੀਆ, ਸਿਮਰਤ ਕਹਾ ਨਹੀਂ।
महाराज कहते भी हुण तां वारी है, भी हुण तुसीं क्यों नहीं करते, भी हुण तुसीं करो। आओ हुण जो सतगुरु सानू कह रहे बार बार भी हुण सानू वारी मौका मिले है, भी हुण तुसीं करो। आओ सारे गुरमुख प्यारे करो जी शुरू। वाहे गुरु वाहे गुरु वाहे गुरु। वाहे गुरु वाहे गुरु वाहे गुरु वाहे गुरु वाहे गुरु वाहे गुरु वाहे गुरु। वाहे गुरु 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 वाहे
ਗੁਰੂ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ, ਜਦੋਂ ਆਪਾਂ ਇਹ ਸਿਮਰਨ ਕਰਦੇ ਹਾਂ, ਇਹਦੇ ਨਾਲ ਅਸੀਂ ਗੁਰੂ ਨੂੰ ਭਾਉਂਦੇ। ਜਿਉਂ-ਜਿਉਂ ਅਸੀਂ ਮਾਲਕ ਦੀ ਇਹ ਵਾਹ-ਵਾਹ ਕਰਾਂਗੇ, ਸਿਮਰਨ ਕਰਾਂਗੇ, ਜਿਹੜਾ ਸਾਡਾ ਮਨ ਮੈਲਾ ਹੋ ਗਿਆ ਇਹ ਸ਼ੁੱਧ ਹੋ ਜਾਏਗਾ ਅਤੇ ਇਹ ਸਾਡਾ ਮਨ ਸੁੰਦਰ ਹੋ ਜਾਂਦਾ। ਮਹਾਰਾਜ ਇਸ ਲਈ ਫਰਮਾਉਂਦੇ, ਵਾਹੋ ਵਾਹੋ ਕਰੀ ਸਈ ਜਨ ਸੋਹਣੇ। ਵੀ ਜਿਹੜੇ ਮਾਲਕ ਦੀ ਵਾਹ ਵਾਹ ਕਰਦੇ ਉਹ ਜਾਨੋ ਗੁਰਮੁਖ ਉਹ ਸੋਹਣੇ ਨੇ। ਜਿਹੜੇ ਸਾਧ ਸੰਗਤ 'ਚ ਆ ਕੇ ਬਹਿੰਦੇ, ਸਤ ਸੰਗਤ 'ਚ ਆ ਕੇ ਬਹਿੰਦੇ, ਮਾਲਕ ਦੇ ਗੁਣ ਗਾਉਂਦੇ ਉਹ ਸੋਹਣੇ ਨੇ। ਮਾਰੇ ਫਰਮਾਉਂਦੇ, ਸਈ ਸੁੰਦਰ ਸੋਹਣੇ ਸਾਧ ਸੰਗਤ ਜੋ ਬਹਿਣੇ। ਵੀ ਜਿਹੜੇ ਗੁਰਮੁਖ ਸਾਧ ਸੰਗਤ 'ਚ ਬਹਿੰਦੇ ਉਹ ਸੋਹਣੇ ਨੇ, ਉਹਨਾਂ ਦਾ ਮਨ ਸੁੰਦਰ ਹੋ ਜਾਂਦਾ, ਉਹਨਾਂ ਦਾ ਮਨ ਸੋਹਣਾ ਹੋ ਜਾਂਦਾ, ਕਿਉਂਕਿ ਉਹਨਾਂ ਦੇ ਮਨ ਤੋਂ ਮੈਲ ਉਤਰ ਜਾਂਦੀ। ਇਸ ਵਾਸਤੇ ਹੁਣ ਸਾਡੇ ਮਨ ਨੂੰ ਸਮਝਾਉਂਦੇ ਵੀ ਤੂੰ ਇੱਕ ਮਾਲਕ ਨੂੰ ਧਿਆ, ਉਹਦਾ ਸਿਮਰਨ ਕਰ। ਜੇ ਤੂੰ ਕਰੇਂਗਾ ਤੇ ਫਿਰ ਤੂੰ ਆਪਣੀ ਇੱਜ਼ਤ ਪੱਤ ਨਾਲ ਆਪਣੇ ਘਰ, ਆਪਣੇ ਦੇਸ਼ ਵਾਪਸ ਜਾਏਗਾ। ਮਹਾਰਾਜ ਤਾਈਓ ਫਰਮਾਉਂਦੇ, ਪ੍ਰਾਣੀ ਏਕੋ ਨਾਮ ਤੇ ਆਵੋ, ਆਪਣੀ ਪਤ ਸੀਤੀ ਘਰ ਜਾਵ। ਵੀ ਜੇ ਤੂੰ ਇੱਕ ਨੂੰ ਧਿਆਏਂਗਾ ਤੇ ਆਪਣੀ ਪੱਤ ਦੇ ਨਾਲ, ਇੱਜ਼ਤ ਦੇ ਨਾਲ ਤੂੰ ਘਰ ਜਾਏਂਗਾ, ਤੈਨੂੰ ਕੋਈ ਰੇਰੇ ਨਹੀਂ ਆਖੇਗਾ। ਦਰਗਾਹ ਦੇ ਵਿੱਚ ਤੈਨੂੰ ਬੜੇ ਆਦਰ ਤੇ ਮਾਣ ਦੇ ਨਾਲ ਬਿਠਾਉਣਗੇ। ਜੇ ਤੂੰ ਇੱਥੇ ਮਨ ਨੂੰ ਰੰਗਿਆ ਹੋਏਗਾ, ਮਹਾਰਾਜ ਤਾਈਓ ਫਰਮਾਉਂਦੇ, ਰਾਰਾ ਰੰਗੋ ਇਹਾਂ ਮਨ ਆਪਣਾ, ਹਰ ਹਰ ਨਾਮ ਜਪੋ ਜਪ ਰਸਨਾ। ਰੇਰੇ ਦਰਗਾਹ ਕਹੇ ਨਾ ਕਹੂ, ਆਓ ਬੈਠ ਆਦਰ ਸਭ ਦਿਓ। ਵੀ ਸਾਰੇ ਫਿਰ ਤੈਨੂੰ ਆਦਰ ਨਾਲ, ਸਤਿਕਾਰ ਨਾਲ ਬਿਠਾਉਣਗੇ, ਤੈਨੂੰ ਕੋਈ ਰੇਰੇ ਨਹੀਂ ਕਰੇਗਾ ਜੇ ਤੂੰ ਹੁਣ ਇੱਥੇ ਸਿਮਰਨ ਕਰੇਂਗਾ। ਇਸ ਵਾਸਤੇ ਗੁਰਮੁਖ ਪਿਆਰਿਓ, ਹੁਣ ਇਹ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਬਹਿੰਦੇ ਉੱਠਦੇ, ਚੱਲਦੇ ਫਿਰਦੇ, ਕੰਮ ਕਾਰ ਕਰਦੇ, ਇਹ ਆਪਾਂ ਅਭਿਆਸ ਕਰ ਸਕਦੇ। ਜਿਵੇਂ ਆਪਾਂ ਹੋਰ ਸੰਸਾਰ ਦੀਆਂ ਵਿਚਾਰਾਂ ਕਰਦੇ, ਮਹਾਰਾਜ ਕਹਿੰਦੇ ਉਹ ਵਿਚਾਰਾਂ ਨਾ ਕਰੋ ਵੀ ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਤੁਸੀਂ ਉਹੀਓ ਸਿਮਰਨ ਕਰੋ। ਵੀ ਆਪਾਂ ਕੰਮ ਕਾਰ ਕਰਦੇ, ਹੋਰ ਵੀ ਤਾਂ ਸੋਚਾਂ ਸੋਚਦੇ ਹੀ ਹਾਂ, ਚਿੰਤਾ ਫਿਕਰ ਕਰਦੇ ਹਾਂ, ਹੋਰ ਗੱਲਾਂ ਕਰਦੇ, ਉਹ ਕਹਿੰਦੇ ਉਹ ਨਾ ਕਰੋ, ਉਹੀਓ ਤੁਸੀਂ ਨਾਲ ਨਾਲ ਸਿਮਰਨ ਕਰੋ। ਸਿਮਰ ਸਿਮਰ ਹਰ ਕਾਰਨ ਕਰਨਾ, ਵੀ ਨਾਲ ਨਾਲ ਸਿਮਰਨ ਦੇ ਨਾਲ ਨਾਲ ਕਰਮ ਕਰੋ। ਅਤੇ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰੋ, ਖੋਜੋ ਅਤੇ ਵੱਧ ਤੋਂ ਵੱਧ ਹੀ ਸਤ ਸੰਗਤ ਕਰੋ। ਜਿੰਨੀ ਆਪਾਂ ਸੰਗਤ ਕਰਾਂਗੇ ਓਨਾ ਹੀ ਆਪਾਂ ਨੂੰ ਜੀਵਨ ਦਾ ਲਾਹਾ, ਕਿਉਂਕਿ ਮੌਕਾ ਵਾਰ-ਵਾਰ ਨਹੀਂ ਮਿਲਦਾ। ਮਹਾਰਾਜ ਤਾਈਓ ਫਰਮਾਉਂਦੇ, ਕਬੀਰ ਏਕ ਘੜੀ ਆਦੀ, ਘੜੀ ਆਦੀ ਹੂੰ ਤੇ ਆਦ, ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਵੀ ਸਤ ਸੰਗਤ ਜਿੰਨੀ ਵੀ ਹੋ ਜਾਵੇ, ਸਾਨੂੰ ਲਾਭ ਹੀ ਲਾਭ, ਸਾਨੂੰ ਲਾਹ ਹੀ ਲਾਹ।
सो ये जो सारा भेद गुरबाणी गुरु द्वारा पाउन दिता महापुरखा ने भाई साहब भाई सेवा सिंह जी धर्माला ते कल जो अपना हफ्तावारी समागम हुंदा गुरुद्वारा प्रा मिलने का चाओ ब्रह्म ज्ञान केंद्र मोगा कल शनिवार है जिमें आप हरेक शनिवार जाते हैं कल भी आप सारिया ने जाना है समय सिर 6 बजे तक सारे गुरमुख पहुँच के आप समय सिर पहुँच के ਵੱਧ ਤੋਂ ਵੱਧ संगत करके अपने जीवन का ਜਿਹੜਾ ਆਪਾਂ ਨੂੰ ਲਾਹਾ है ਉਹ ਆਪਾਂ ਲਾਹਾ ਕੱਟਣਾ ਹੁੰਦਾ ਜਿੰਨਾ ਆਪਾਂ ਸੰਗਤ ਕਰਾਂਗੇ ਸਾਨੂੰ ਲਾਭ ਹੀ ਲਾਭ ਮਿਲਣਾ ਸੋ ਇਸ ਵਾਸਤੇ ਆਪਾਂ ਕੋਸ਼ਿਸ਼ ਕਰਿਆ ਕਰੀਏ ਵੀ ਆਪ ਵੀ ਸਾਰੇ ਚੱਲੀਏ ਤੇ ਨਾਲ ਹੋਰ ਵੀ ਆਪਣੇ ਜਿਹੜੇ ਸੰਗੀ ਸਾਥੀ ਵੀ ਤਾਂ ਕਿ ਉਹ ਵੀ ਸੰਗਤ ਕਰਨ ਉਹਨਾਂ ਦੇ ਵੀ ਜਿਹੜੇ ਮਨ ਅਸ਼ਾਂਤ ਨੇ क्योंकि जोड़ा जीव सिमरन नहीं करता नहीं सत संगत करता तुसी ये ना समझो भी वो मन बड़ा सुखी है वो मन में बड़ा दुखी बड़ी कल्पना लगी है क्योंकि सुखी वो फिर ही हो सकता जे वो सिमरन करेगा जे वो सत्संगत करेगा सत संगत तो बिना सिमरन तो बिना उन्होंने सुख नहीं मिल सकता तो मन में शांति नहीं आ सकती इस वास्ते किसी एक जीव नूं भी आपां इधर सिमरन करन ते ला दिता उस संगत करन लग गया ये सब तो बड़ा परोपकार है सब तो बड़ा दान है इहदे बराबर होर संसार दे विच कोई दान नहीं है समझ लो तुसीं एक जीव दे उत्ते दया कीती उहनूं संगत कराई ते आपां नूं जिहड़ा 68 तीर्थां दे इशनान दा फल सी वो बैठिया नहीं प्राप्त हो जाते महाराज फरमाउंदे 68 तीर्थ सगल पुन जी दे अपरवान भी तुसी वो जीव दे उत्ते दया की थी ਉਹਦਾ मन किथे तक कलप रहा सी किथे वो दुखी हो रहा सी तुसी ਉਹਨੂੰ सिमरन करा के सहज विच ले आंच किथे वो आशा विलाशा तृष्णावां दे विच जल रहा सी तुसी संगत करा के ਉਹਦੇ मन ਨੂੰ ठंड पहुँचाई ਉਹਦੇ मन ਨੂੰ शांति आई ਉਹਨੂੰ सुख मिले ਇਹਨੂੰ मारे गुरबाणी च कहते भी ये पुन ये दान ये कीता होया गुरु नानक दे घर दे विच प्रवान है ਇਹਨੂੰ परोपकार कहते ਜਿਹੜੇ फिर सिमरन अभ्यास करते गुरमुख ताइयों फिर वो परोपकार भी करते ਉਹ ਹੋਰਾਂ ਜੀਵਾਂ ਦੇ ਉੱਤੇ ਵੀ ਦਇਆ ਕਰਦੇ ਤੇ ਇਹ ਪਰਉਪਕਾਰ ਕਰਦੇ ਵੀ ਉਹਨਾਂ ਨੂੰ ਵੀ ਭੇਤ ਦਿੰਦੇ ਸਿਮਰਨ ਤੇ ਲਾਉਂਦੇ ਉਹਨਾਂ ਨੂੰ ਵੀ ਸੰਗਤ ਕਰਾਉਂਦੇ ਸੋ ਇਸ ਵਾਸਤੇ ਗੁਰਮੁਖੋ ਇਹ ਆਪਾਂ ਕੋਸ਼ਿਸ਼ ਕਰਨੀ ਵੀ ਆਪ ਵੀ ਕਰਨੀ ਸੰਗਤ ਤੇ ਨਾਲ ਨਾਲ ਆਪਾਂ ਹੋਰ ਵੀ ਗੁਰਮੁਖਾਂ ਨੂੰ ਕਰਾਉਣੀ ਸੋ ਇੰਨੀਆਂ ਬੇਨਤੀਆਂ ਨੇ ਇੰਨੇ ਵਿਚਾਰ ਕਰਦਿਆਂ ਹੋਏ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ संगत ਅਤੇ सतगुरु बख्शण जोग ने बख्श देना जी वाहिगुरु जी का खालसा वाहिगुरु जी की फतेह वाहिगुरु वाहिगुरु